ਕੈਨੇਡਾ ਸਰਕਾਰ ਵੱਲੋਂ ਜੋ ਡੈਂਟਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਤਹਿਤ ਦੰਦਾਂ ਦਾ ਇਲਾਜ ਕੈਨੇਡਾ ਵਾਸੀਆਂ ਨੂੰ ਮੁਫਤ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਾਸਤੇ ਵੱਖੋ ਵੱਖਰੇ ਪੜਾਅ ਨੇ ਕਿ ਹਜੇ ਬਜ਼ੁਰਗਾਂ ਵਾਸਤੇ ਇਸ ਪ੍ਰੋਗਰਾਮ ਨੂੰ ਖੋਲ੍ਹਿਆ ਗਿਆ ਹੈ ਤੇ ਅੱਗੇ ਹੋਰ ਕੈਨੇਡਾ ਵਾਸੀਆਂ ਨੂੰ ਵੀ ਮਦਦ ਮਿਲੇਗੀ। ਇਸੇ ਨੂੰ ਲੈ ਕੇ 1 ਫਰਵਰੀ ਤੋਂ ਸਰਵਿਸ ਕੈਨੇਡਾ ਵੱਲੋਂ ਹੁਣ ਚਿੱਠੀਆਂ ਭੇਜੀਆਂ ਜਾਣਗੀਆਂ 72 ਸਾਲ ਦੀ ਉਮਰ ਤੋਂ ਲੈ ਕੇ 76 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ, ਜਿਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਅਪਲਾਈ ਕਰ ਸਕਦੇ ਨੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਵਾਸਤੇ, ਜਿਨ੍ਹਾਂ ਕੋਲ ਇੰਸ਼ੋਰੈਂਸ ਨਹੀਂ ਹੈ ਤੇ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਕਮਾਈ $90,000 ਤੋਂ ਘੱਟ ਹੈ। ਉਹ ਇਸ ਵਾਸਤੇ ਅਪਲਾਈ ਕਰ ਸਕਦੇ ਨੇ, ਜਿਨ੍ਹਾਂ ਨੂੰ ਦੰਦਾਂ ਦਾ ਇਲਾਜ ਕਰਵਾਉਣ ਵਿੱਚ ਵਿੱਤੀ ਸਹਾਇਤਾ ਕੈਨੇਡਾ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮਈ ਮਹੀਨੇ ਤੋਂ ਇਸ ਸਾਲ ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਪਰ ਇਸ ਵਾਸਤੇ ਅਰਜ਼ੀਆਂ ਲੈਣੀਆਂ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ। ਦਸੰਬਰ 2023 ਵਿੱਚ ਪਹਿਲਾਂ 87 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਾਸਤੇ ਇਸ ਪ੍ਰੋਗਰਾਮ ਨੂੰ ਖੋਲ੍ਹਿਆ ਗਿਆ ਕਿ ਉਹ ਅਰਜ਼ੀਆਂ ਲਾ ਸਕਦੇ ਨੇ ਤੇ ਉਸ ਤੋਂ ਬਾਅਦ ਜਨਵਰੀ ਮਹੀਨੇ 77 ਤੋਂ 86 ਸਾਲ ਦੀ ਉਮਰ ਦੇ ਬਜ਼ੁਰਗਾਂ ਵਾਸਤੇ ਇਸ ਪ੍ਰੋਗਰਾਮ ਨੂੰ ਅਰਜ਼ੀਆਂ ਲਾਉਣ ਵਾਸਤੇ ਖੋਲ੍ਹਿਆ ਗਿਆ ਤੇ ਫਰਵਰੀ 1 ਨੂੰ 72 ਤੋਂ 76 ਸਾਲ ਦੀ ਉਮਰ ਤੱਕ ਦੇ ਬਜ਼ੁਰਗਾਂ ਵਾਸਤੇ ਤੇ ਉਸ ਤੋਂ ਬਾਅਦ ਮਾਰਚ ਮਹੀਨੇ 70 ਤੋਂ 71 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਲਈ ਇਸ ਪ੍ਰੋਗਰਾਮ ਨੂੰ ਖੋਲ੍ਹਿਆ ਜਾ ਰਿਹਾ ਹੈ। ਫਿਲਹਾਲ ਜੋ ਕੈਨੇਡਾ ਸਰਕਾਰ ਦੇ ਵਿਭਾਗ ਵੱਲੋਂ ਅੰਕੜੇ ਸਾਂਝੇ ਕੀਤੇ ਗਏ ਨੇ, ਉਹਨਾਂ ਦਾ ਕਹਿਣਾ ਹੈ ਕਿ ਜੋ ਅਰਜ਼ੀਆਂ ਖੋਲ੍ਹੀਆਂ ਗਈਆਂ ਸਨ, ਜਿਸ ਤੋਂ ਬਾਅਦ ਬਜ਼ੁਰਗਾਂ ਵੱਲੋਂ ਅਪਲਾਈ ਕੀਤਾ ਗਿਆ, ਉਹਨਾਂ ਵਿੱਚੋਂ ਹੁਣ ਤੱਕ ਕੈਨੇਡਾ ਭਰ ਵਿੱਚ 4 ਲੱਖ ਬਜ਼ੁਰਗਾਂ ਨੂੰ ਇਸ ਦੇ ਲਈ ਅਪਰੂਵ ਵੀ ਕਰ ਦਿੱਤਾ ਗਿਆ ਹੈ, ਯਾਨੀ ਕਿ ਉਹਨਾਂ ਨੂੰ ਇਹ ਸਹੂਲਤ ਅੱਗੇ ਮਿਲੇਗੀ। ਤੇ ਇਸ ਦੇ ਨਾਲ ਹੀ ਜਿਵੇਂ ਇਸ ਪ੍ਰਕਿਰਿਆ ਨੂੰ ਆਨਲਾਈਨ ਵੀ ਸ਼ੁਰੂ ਕਰ ਦਿੱਤਾ ਜਾਵੇਗਾ, ਜਦੋਂ ਮਈ ਮਹੀਨੇ ਤੋਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਾਸਤੇ ਵੀ ਇਸ ਪ੍ਰੋਗਰਾਮ ਨੂੰ ਖੋਲ੍ਹ ਦਿੱਤਾ ਜਾਵੇਗਾ ਕਿ ਉਹ ਅਰਜ਼ੀਆਂ ਲਾ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਹੋਰ ਕੈਨੇਡਾ ਵਾਸੀਆਂ ਵਾਸਤੇ ਵੀ ਇਸ ਸਹੂਲਤ ਨੂੰ ਖੋਲ੍ਹਿਆ ਜਾ ਰਿਹਾ ਹੈ ਤੇ ਬਜ਼ੁਰਗਾਂ ਤੋਂ ਬਾਅਦ ਵਾਰੀ ਬੱਚਿਆਂ ਦੀ ਆਉਣੀ ਹੈ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਨਾਲ ਇੱਕ ਸਮਝੌਤਾ ਕੀਤਾ ਸੀ ਸਰਕਾਰ ਨੂੰ ਚਲਾਈ ਰੱਖਣ ਵਾਸਤੇ, ਉਸ ਸਮੇਂ ਜਗਮੀਤ ਸਿੰਘ ਦੇ ਵੱਲੋਂ ਜੋ ਸ਼ਰਤਾਂ ਰੱਖੀਆਂ ਗਈਆਂ ਸਨ, ਉਹਨਾਂ ਵਿੱਚੋਂ ਵੀ ਇਹ ਵੀ ਇੱਕ ਸੀ ਕਿ ਜੋ ਦੰਦਾਂ ਦਾ ਇਲਾਜ ਕਰਵਾਉਣ ਦੇ ਲਈ ਕੈਨੇਡਾ ਵਾਸੀਆਂ ਨੂੰ ਹੋਰ ਸਹੂਲਤਾਂ ਯਾਨੀ ਕਿ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਅਮਰੀਕਾ ਤੋਂ ਬਾਰਡਰ ਰਾਹੀਂ ਕੈਨੇਡਾ ਵਿੱਚ ਇੱਕ ਟਰੱਕ ਡਰਾਈਵਰ ਟਰੱਕ ਵਿੱਚ 406 ਕਿਲੋ ਮੈਥਮਫੈਟਾਮਿਨ ਲੈ ਕੇ ਦਾਖਲ ਹੋ ਰਿਹਾ ਸੀ, ਜੋ ਟਰੱਕ ਵਿਨੀਪੈਗ ਵਿੱਚ ਪਹੁੰਚਣਾ ਸੀ, ਜਿਸ ਨੂੰ ਕਿ ਕਾਬੂ ਕੀਤਾ ਗਿਆ ਤੇ ਜਦੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਉਸ ਟਰੱਕ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਨਸ਼ੇ ਨਾਲ ਭਰੇ ਵੱਡੇ ਸੂਟਕੇਸ ਮਿਲੇ, ਜਿਸ ਦੇ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੇ ਆਰਸੀਐਮਪੀ ਦੇ ਅਧਿਕਾਰੀਆਂ ਨੇ ਕਿਹਾ ਕਿ 406 ਕਿਲੋ ਮੈਥਮਫੈਟਾਮਿਨ ਯਾਨੀ ਕਿ ਇੱਕ ਸਿੰਥੈਟਿਕ ਨਸ਼ਾ ਹੁੰਦਾ ਹੈ, ਉਹ ਬਰਾਮਦ ਕੀਤਾ ਗਿਆ ਦੱਖਣੀ ਮੈਨੀਟੋਬਾ ਬਾਰਡਰ ਕ੍ਰਾਸਿੰਗ ਤੋਂ। ਇਸ ਮਹੀਨੇ ਦੀ ਸ਼ੁਰੂਆਤ ਦਾ ਇਹ ਮਾਮਲਾ ਹੈ, ਜਿਸ ਦੇ ਬਾਰੇ ਸੀਬੀਐਸਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ ਉਸ ਖੇਤਰ ਵਿੱਚ। ਜਿਸ ਸੰਬੰਧੀ ਅਧਿਕਾਰੀਆਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਹਨਾਂ ਨੇ ਕਿਹਾ ਕਿ ਜਦੋਂ ਬਾਰਡਰ ਉੱਤੇ ਇਹ ਟਰੱਕ ਪਹੁੰਚਿਆ ਜੋ ਕਿ ਵਿਨੀਪੈਗ ਜਾਣਾ ਸੀ, ਤਾਂ ਜਦੋਂ ਉਸ ਦੀ ਦੂਜੀ ਵਾਰ ਚੈਕਿੰਗ ਕੀਤੀ ਗਈ ਤਾਂ ਉਸ ਵਿੱਚ ਉਹਨਾਂ ਨੂੰ ਵੱਡੇ ਸੂਟਕੇਸ ਦਿਖਾਈ ਦਿੱਤੇ ਤੇ ਉਹਨਾਂ ਸੂਟਕੇਸਿਸ ਦੇ ਵਿੱਚ ਹੀ ਨਸ਼ਾ ਮੌਜੂਦ ਸੀ। ਜਨਵਰੀ 14 ਨੂੰ ਇਹ ਬਰਾਮਦਗੀ ਕੀਤੀ ਗਈ ਹੈ, ਜਿਸ ਦੇ ਬਾਰੇ ਬਾਰਡਰ ਅਧਿਕਾਰੀਆਂ ਨੇ ਦੱਸਿਆ ਕਿ ਤੁਰੰਤ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਪਰ ਜਿਵੇਂ ਕਿ ਉਸ ਨੂੰ ਮੈਨੀਟੋਬਾ ਦੇ ਵਿੱਚ ਅਦਾਲਤ ਵਿੱਚ ਫਰਵਰੀ ਮਹੀਨੇ ਪੇਸ਼ ਕੀਤਾ ਜਾਣਾ ਹੈ। ਇਸ ਮਾਮਲੇ ਦੀ ਹਜੇ ਜਾਂਚ ਚੱਲ ਰਹੀ ਹੈ ਕਿ ਡਰਾਈਵਰ ਵੀ ਨਸ਼ਾ ਤਸਕਰੀ ਦੇ ਇਸ ਮਾਮਲੇ ਤੋਂ ਜਾਣੂ ਸੀ ਜਾਂ ਨਹੀਂ, ਤੇ ਇਸ ਸੰਬੰਧੀ ਬਾਰਡਰ ਅਧਿਕਾਰੀਆਂ ਨੇ ਖੁਦ ਵੀ ਕਿਹਾ ਹੈ ਕਿ ਹਜੇ ਇਸ ਮਾਮਲੇ ਉੱਤੇ ਵੱਡੇ ਪੱਧਰ ਤੇ ਜਾਂਚ ਚੱਲਣੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਇਹ ਨਸ਼ਾ ਲਿਆਂਦਾ ਜਾ ਰਿਹਾ ਸੀ, ਉਹ ਵਿਨੀਪੈਗ, ਪੱਛਮੀ ਕੈਨੇਡਾ ਤੇ ਓਨਟਾਰੀਓ ਦੇ ਕਈ ਖੇਤਰਾਂ ਵਿੱਚ ਵੰਡਿਆ ਜਾਣਾ ਸੀ, ਜਿਨ੍ਹਾਂ ਦਾ ਮੰਨਣਾ ਹੈ ਕਿ ਕੌਮਾਂਤਰੀ ਪੱਧਰ ਉੱਤੇ ਨਸ਼ਾ ਤਸਕਰੀ ਦੇ ਗਿਰੋਹਾਂ ਦੇ ਨਾਲ ਇਸ ਮਾਮਲੇ ਦਾ ਸਬੰਧ ਜਾਪਦਾ ਹੈ, ਜਿਸ ਕਰਕੇ ਇਸ ਮਾਮਲੇ ਦੀ ਕਾਫੀ ਜ਼ਿਆਦਾ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਕਰਕੇ ਡਰਾਈਵਰ ਦੀ ਪਛਾਣ ਨੂੰ ਵੀ ਜਨਤਕ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਅੱਗੇ ਇਸ ਸੰਬੰਧੀ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਉਹ ਦੱਸਣਗੇ। ਹੈਮਿਲਟਨ ਵਿੱਚ ਬੁੱਧਵਾਰ ਦੀ ਸਵੇਰ ਗੋਲੀਆਂ ਚੱਲੀਆਂ ਨੇ, ਜਿਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ। ਇੱਕ ਨੌਜਵਾਨ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ, ਜਿਨ੍ਹਾਂ ਨੇ ਦੱਸਿਆ ਕਿ ਗਿਬਸਨ ਐਵੇਨਿਊ ਤੇ ਬਾਰਟਨ ਸਟਰੀਟ ਈਸਟ ਦੇ ਕੋਲ ਸਵੇਰ ਦੇ 4 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ 20 ਸਾਲ ਦੀ ਉਮਰ ਦੇ ਨੇੜੇ ਦਾ ਨੌਜਵਾਨ ਜ਼ਖਮੀ ਹਾਲਤ ਵਿੱਚ ਮੌਜੂਦ ਸੀ, ਜਿਸ ਤੇ ਗੋਲੀ ਲੱਗੀ ਹੋਈ ਸੀ, ਜਿਸ ਨੂੰ ਕਿ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਚਸ਼ਮਦੀਦ ਹੋਵੇ ਜਾਂ ਫਿਰ ਜੇ ਕਿਸੇ ਕੋਲ ਡੈਸ਼ ਕੈਮ ਫੁਟੇਜ ਹੋਵੇ ਤਾਂ ਉਸ ਸੰਬੰਧੀ ਹੈਮਿਲਟਨ ਪੁਲਿਸ ਨਾਲ ਸੰਪਰਕ ਕਰਕੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ।
ਹੈਮਿਲਟਨ ਪੁਲਿਸ ਨਾਲ 905 546 4883 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ, ਜੋ ਉਹਨਾਂ ਦੀ ਸ਼ੂਟਿੰਗ ਟਾਸਕ ਫੋਰਸ ਹੈ, ਉਹਨਾਂ ਦਾ ਇਹ ਫੋਨ ਨੰਬਰ ਹੈ। FOI यानी कि फ्रीडम ऑफ इन्फॉर्मेशन रिक्वेस्ट, यानी कि जो लोगों वालों बेनती की जाती है, जो सरकार तो भी जानकारी वो लेना चाहते हैं, उस संबंधी जो भी जानकारी मंगण वास्ते वो बेनती करते हैं, उस वास्ते इस समय उड़ीक बहुत ज़्यादा लंबी है ब्रिटिश कोलंबिया विच, जिस वास्ते ब्रिटिश कोलंबिया के इन्फॉर्मेशन ते प्राइवेसी कमिश्नर दे वल्लों सूबा सरकार नूं चेतावनी दी गई है ते नाल ही ये कहा गया है कि यह अपने ही नियमां नूं तोड़न वाली गल है। ऑफिस ऑफ इन्फॉर्मेशन ते प्राइवेसी कमिश्नर दे वल्लों एक रिपोर्ट विचार के तौर उत्ते जनतक की गई है, जिस दे विच सरकार की प्रदर्शनी के बारे जिक्र किया गया है फ्रीडम ऑफ इन्फॉर्मेशन रिक्वेस्ट के उत्ते, जो अप्रैल 2020 तो मार्च 2023 के दरमियान किस तरह वड्डी गिणती लोगों वल्लों फ्रीडम ऑफ इन्फॉर्मेशन रिक्वेस्ट के जरिए वक्खो-वक्ख जानकारी लैण वास्ते बेनतियां तां कीतियां गईयां, पर उन्हां नूं जवाब देण दे विच काफ़ी लंबी देरी हुई है। इत्थे जिक्रयोग है कि अजिहियां बेनतियां उत्ते सूबा सरकार वास्ते यह नियम है कि 30 बिजनेस डेज दे विच इसका जवाब देना हुंदा है। जेकर कोई वखरा मामला होवे तां 60 बिजनेस डेज दे विच जवाब देना जरूरी है, पर रिपोर्ट दे विच यह दस्सिया गया है कि वेट टाइम इस समय 80 दिन तक पहुंच चुकिया है ते कुछ मामलों विच सूबा सरकार जवाब देण वास्ते कई महीने ला रही है, जो कि नियमां दे खिलाफ है। ते इस नूं लैके जो चेतावनी दी गई है, उस तो बाद उम्मीद की जा रही है कि जो वेट टाइम है फ्रीडम ऑफ इन्फॉर्मेशन रिक्वेस्ट का वो घट हो सकता है। घरां दे अगे तो गड्डियां चोरी होना तां कैनेडा विच एक आम जही गल हो गई है, खास तौर ते GTA खेतर विच, जिथे ड्राइवे ते गड्डी ला के रात नूं चैन दी नींद सौण दी बजाय वड्डी गिणती लोकां नूं इह चिंता रहिंदी है कि जदों वो सवेरे उठणगे ਤਾਂ ਉਹਨਾਂ ਦੀ ਗੱਡੀ ਡਰਾਈਵੇ ਤੇ ਹੋਵੇਗੀ ਜਾਂ ਨਹੀਂ। ਇਸੇ ਨੂੰ ਲੈ ਕੇ ਇਸ ਸਮੇਂ ਲਗਾਤਾਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਲਿਬਰਲ ਪਾਰਟੀ ਨੂੰ ਨਿਸ਼ਾਨਾ ਵੀ ਬਣਾ ਰਹੇ ਨੇ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਖਤ ਕਦਮ ਚੁੱਕਣ ਦੀ ਮੰਗ ਕਰਦੇ ਹੋਏ ਪਾਰਲੀਮੈਂਟ ਦੇ ਵਿੱਚ ਕਈ ਸਵਾਲ ਕੀਤੇ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਧੀਨਗੀ ਹੇਠ ਦੇਸ਼ ਵਿੱਚ ਗੱਡੀਆਂ ਚੋਰੀ ਹੋਣ ਦੇ ਮਾਮਲੇ ਵੱਡੀ ਗਿਣਤੀ ਵਿੱਚ ਵਧੇ ਨੇ, ਜਿਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਾਲਿਸੀ ਹੇਠ ਇਹਨਾਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਵਿੱਚ ਤਬਦੀਲੀ ਕਿਉਂ ਨਹੀਂ ਕੀਤੀ ਜਾ ਰਹੀ। जिस का जवाब देंदे हुए प्रधानमंत्री जस्टिन ट्रूडो ने कहा कि यह गंभीर समस्या है, जिस दे लई कैनेडा वासी चिंतित ने, पर कंजरवेटिव लीडर वालों राजनीति की जा रही है दूजियां ते दोष मढ़न दी, जिन्हां कहा कि बॉर्डर अधिकारियों ने पिछले साल चोरी होईयां 1600 गड्डियां जब्त कीतियां ने ते ਉਹ ਇਹਨਾਂ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਕਦਮ ਚੁੱਕ ਰਹੇ ਨੇ। ਜਿਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਐਵ ਨੇ ਕਿਹਾ ਕਿ ਕੈਨੇਡਾ ਭਰ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ, ਜਿਨ੍ਹਾਂ ਇੱਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸਾਲ 2015 ਤੋਂ ਹੁਣ ਤੱਕ ਟੋਰਾਂਟੋ ਖੇਤਰ ਦੇ ਵਿੱਚ ਗੱਡੀਆਂ ਚੋਰੀ ਹੋਣ ਦੇ ਮਾਮਲੇ 300% ਤੱਕ ਵਧੇ ਨੇ, ਤੇ ਜਿਨ੍ਹਾਂ ਨੇ ਹਾਸੋਹੀਣ ਇਸ਼ਾਰਾ ਕਰਦੇ ਹੋਏ ਕਿਹਾ ਕਿ 2015 ਵਿੱਚ ਕੀ ਹੋਇਆ ਸੀ, ਯਾਨੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਸਨ। What happened in 2015? I know he happened, Mr. Speaker. How can we make him unhappen and stop the crime? ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਨਿਸ਼ਾਨਾ ਸਾਧਿਆ, ਜੋ ਕੰਜ਼ਰਵੇਟਿਵ ਪਾਰਟੀ ਤੋਂ ਸਨ, ਜਿਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕਈ ਅਦਾਰਿਆਂ ਦੇ ਲਈ ਫੰਡਿੰਗ ਵਿੱਚ ਕਟੌਤੀ ਕਰ ਦਿੱਤੀ ਸੀ ਤੇ ਉਸ ਮਾੜੇ ਹਾਲਾਤ ਨੂੰ ਠੀਕ ਕਰਨ ਦੇ ਲਈ ਉਹ ਮੌਜੂਦ ਸਨ। ਇੱਥੇ ਜ਼ਿਕਰਯੋਗ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦੇ ਹੀ ਰਾਜਨੀਤਿਕ ਆਗੂਆਂ ਦੀ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਤਾਂ ਸ਼ੁਰੂ ਹੋ ਗਈ ਹੈ, ਪਰ ਦੇਖਣਾ ਇਹ ਹੋਵੇਗਾ ਕਿ ਖਾਸ ਤੌਰ ਤੇ GTA ਖੇਤਰ ਵਿੱਚ ਲੋਕਾਂ ਨੂੰ ਗੱਡੀਆਂ ਚੋਰੀ ਹੋਣ ਦਾ ਡਰ ਸਤਾਉਣਾ ਕਦੋਂ ਬੰਦ ਹੋਵੇਗਾ। Crime and terror networks. Why doesn't he reverse his policies instead of another meeting? The Right Honourable Prime Minister. Mr. Speaker, this is a serious situation. Canadians are concerned about this, and the Conservative leader just chooses to whip out his empty slogans and continue to blame everyone while we're getting to work. We're pulling together stakeholders and leaders from across the government to look at what more we can do. We've seen successes. CBSA agents have intercepted over 1,600 stolen cars last year in 2023, but there's more to do. We're going to continue to make the steady work and investments necessary to keep Canadians safe and to keep crime down. The Honourable Leader of the Opposition. Keep crime down. Crime is way up. Violent crime is up 40% under this Prime Minister. And today he had his ministers hold a big press conference as their solution. And in it, they put out a press release that said, and I quote,
In 2022, approximately 9,600 vehicles were stolen in the Toronto area alone, representing a 300% increase since 2015, end quote. What happened in 2015? I know, he happened, Mr. Speaker. How can we make him unhappen and stop the crime? The Right Honourable Prime Minister. Speaker, in 2015, Stephen Harper presented a budget that had slashed funds for policing, slashed funds for CBSA officers, slashed funding for Veterans Affairs Services, and we were there to clean up the mess, to cut taxes for the wealthiest 1%, lower them for the middle class, to support families, to start moving forward on gun control in real ways while the Conservatives cozy up to the American gun lobbies. We've continued to step up in keeping Canadians safe. Let them bring assault weapons back to our streets. We'll keep Canadians safe. The Honourable Leader of the Opposition. Wow, is he ever losing control of himself? Oh my goodness. Screaming and hollering like that. Mr. Speaker, it's his press release that says that in Toronto, auto thefts are up 300% since he took office. His solution is to hold a summit. He held a summit on food prices. Food prices went up. He held a summit on housing. Housing costs doubled. How much is crime going to rise after all the bigwigs go to his summit? The Right Honourable Prime Minister. Speaker, the Leader of the Opposition has trouble believing that we would actually include real facts in our press release, something he and the Harper government never did for years. Yes, Mr. Speaker, there is a real challenge around auto theft in this country, and our solution is to roll up our sleeves, pull together partners from across the country, and get to solving it. His solution, throw his hands up in the air, blame a raft of political attacks on us, and continue to see that he's not putting forward any real solutions, Mr. Speaker. You're gonna have The Honourable